ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਤੁਹਾਡਾ ਖਾਸ ਸ਼ੋਅ, ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ, ਡ੍ਰੀਮਸ ਨੂੰ ਕੰਪਲੀਟ ਕਰਨ ਵਾਲਾ ਸ਼ੋਅ, ਤੁਹਾਨੂੰ ਨੌਲੇਜ ਦੇਣ ਵਾਲਾ ਸ਼ੋਅ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਸਟੂਡੈਂਟਸ ਦੀ ਗੱਲ ਕਰਾਂਗੇ, ਪਰ ਅੱਜ ਮੈਂ ਥੋੜਾ ਜਿਹਾ, ਕਿਉਂਕਿ ਅਸੀਂ ਹਮੇਸ਼ਾ ਸਟੂਡੈਂਟ ਦੇ ਕ੍ਰਾਈਟੇਰੀਆ, ਉਹਦੇ ਪ੍ਰੋਫਾਈਲ ਦੀ ਗੱਲ ਕਰਦੇ, ਆਲਮੋਸਟ ਸਭ ਨੂੰ ਪਤਾ ਵੀ ਲੱਗ ਗਿਆ, ਪਰ ਮੈਂ ਅੱਜ ਚਾਹਾਂਗੀ ਕਿ ਮਿਸ ਗਾਈਡ ਬਹੁਤ ਨੇ ਬੱਚੇ, ਸੋ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਸਾਡੇ ਅੱਜ ਦੇ ਸ਼ੋਅ ਦੇ ਵਿੱਚ। ਸੋ ਕਿਸ ਤਰ੍ਹਾਂ ਤੁਸੀਂ ਕੰਸਲਟੈਂਟ ਚੂਜ਼ ਕਰਨਾ ਹੈਗਾ, ਕਿਹੜੇ ਕਾਲਜ ਯੂਨੀਵਰਸਿਟੀ ਤੁਹਾਡੇ ਲਈ ਵਧੀਆ ਰਹਿਣਗੇ, ਕਿੱਥੇ ਜਾ ਕੇ ਤੁਹਾਡਾ ਫਿਊਚਰ ਵਧੀਆ ਹੋਏਗਾ, ਕੋਰਸ ਕਿੱਦਾਂ ਦੇ ਚੂਜ਼ ਕਰਨੇ ਨੇ, ਇਹ ਸਾਰਾ ਕੁਝ ਤੁਹਾਨੂੰ ਅੱਜ ਜਾਣਨ ਨੂੰ ਮਿਲੇਗਾ ਅੱਜ ਦੇ ਸ਼ੋਅ ਦੇ ਵਿੱਚ। ਕਿਉਂਕਿ ਐਕਸਪਰਟ ਜੋ ਨੇ 2003 ਤੋਂ ਸਭ ਨੂੰ ਪਤਾ, ਪਾਈਨੀਅਰ ਇਮੀਗ੍ਰੇਸ਼ਨ ਜਿਹੜਾ ਹੈਗਾ, ਬਹੁਤ ਸਾਰੇ ਤਾਦਾਦ ਦੇ ਵਿੱਚ ਸਟੂਡੈਂਟ ਨੇ ਜਾ ਚੁੱਕੇ ਨੇ ਉਹਨਾਂ ਦੇ ਥਰੂ, ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈ। ਸੋ ਮੈਂ ਚਾਹੁੰਦੀ ਸੀਗੀ ਕਿ ਗਾਈਡੈਂਸ ਵੀ ਦਈਏ ਅਸੀਂ ਆਪਣੇ ਬੱਚਿਆਂ ਨੂੰ। ਸੋ ਵੈਲਕਮ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋਅ। ਰੀਤ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਸੋ ਪਹਿਲਾਂ ਤੁਸੀਂ ਨੰਬਰ ਨੋਟ ਕਰ ਲਓ, ਨੀਚੇ ਫਲੈਸ਼ ਹੋ ਰਹੇ ਨੇ, ਆਫਿਸ ਕਿੱਥੇ ਕਿੱਥੇ ਨੇ ਉਹ ਵੀ ਫਲੈਸ਼ ਹੋ ਰਹੇ ਨੇ। ਅੱਛਾ ਸਰ, ਕਿਉਂਕਿ ਅਸੀਂ ਹਮੇਸ਼ਾ ਪ੍ਰੋਫਾਈਲ ਦੀ ਗੱਲ ਕੀਤੀ, ਜਿਵੇਂ ਮੈਂ ਸਟਾਰਟ ਕੀਤਾ, ਪਰ ਬੱਚੇ ਨਾ ਮਿਸਗਾਈਡ ਵੀ ਬਹੁਤ ਨੇ। ਮੈਂ ਚਾਹੁੰਦੀ ਸੀ ਕਿ ਅੱਜ ਦਾ ਸ਼ੋਅ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਸਕੀਏ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਚੱਲਣਾ ਹੈਗਾ ਆ। ਸੋ ਸਰ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ, ਕਿਉਂਕਿ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਕੰਸਲਟੈਂਟ ਕਿਹੜਾ ਚੂਜ਼ ਕਰੀਏ। ਅੱਜ ਦੇ ਟਾਈਮ ਦੇ ਵਿੱਚ ਤੁਸੀਂ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਕੰਸਲਟੈਂਟ ਨੇ, ਹਰ ਕੋਈ ਦਾਅਵੇ ਵਾਅਦੇ ਕਰ ਰਿਹਾ ਹੈ ਕਿ ਆਈ ਐਮ ਦੀ ਬੈਸਟ। ਸੋ ਸਟੂਡੈਂਟ ਕਹਿ ਰਿਹਾ ਕਿ ਹਰ ਕੋਈ ਬੈਸਟ ਕਹਿ ਰਿਹਾ, ਤਾਂ ਅਸੀਂ ਚੂਜ਼ ਕਿਸ ਨੂੰ ਕਰੀਏ? ਤੁਸੀਂ ਥੋੜਾ ਜਿਹਾ ਗਾਈਡ ਕਰੋ ਕਿ ਕਿਸ ਤਰ੍ਹਾਂ ਇੱਕ ਸਹੀ ਕੰਸਲਟੈਂਟ ਨੂੰ ਚੂਜ਼ ਕੀਤਾ ਜਾ ਸਕਦਾ ਹੈ। ਬਿਲਕੁਲ, ਦੇਖੋ ਪ੍ਰੀਤ ਜੀ, ਖਾਸ ਤੌਰ 'ਤੇ ਕੈਨੇਡਾ ਦੀ ਜੇ ਗੱਲ ਕਰੀਏ ਤੇ ਕੈਨੇਡਾ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ ਇੱਕ CICC। ਪਹਿਲਾਂ ICCRC ਹੁੰਦੀ ਸੀ, ਰੀਸੈਂਟਲੀ ਤਕਰੀਬਨ ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ ਚੇਂਜ ਕੀਤਾ, CICC, ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ, ਇਹ ਨਾਂ ਰੱਖ ਦਿੱਤਾ ਗਿਆ। ਔਰ ਕੈਨੇਡਾ ਦੇ ਵਿੱਚ ਜਿੰਨੀ ਵੀ ਰੈਗੂਲੇਟਿੰਗ ਬੋਡੀਜ਼ ਨੇ ਉਹਨਾਂ ਦੇ ਇਹੀ ਨੇ: ਕਾਲਜ ਆਫ ਫਾਰਮੇਸੀ, ਕਾਲਜ ਆਫ ਫਾਰਮਾਸਿਸਟ, ਕਾਲਜ ਆਫ ਨਰਸਿਸ, ਕਾਲਜ ਆਫ ਫਿਜ਼ੀਸ਼ੀਅਨਸ ਵਗੈਰਾ, ਅਤੇ ਕਾਲਜ ਆਫ ਇਮੀਗ੍ਰੇਸ਼ਨ ਕੰਸਲਟੈਂਟਸ। ਸੋ ਇਹ ਜਿਹੜਾ ਹੈ ਇਹ ਰੈਗੂਲੇਟ ਕਰਦੀ ਹੈਗੀ ਹੈ CICC। ਔਰ ਇਹਨਾਂ ਦੇ ਮੈਂਬਰ ਹੀ ਆਥੋਰਾਈਜ਼ਡ ਲੀਗਲ ਰਿਪਰੈਜ਼ੈਂਟੇਟਿਵ ਨੇ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਹੈਗਾ। ਕੈਨੇਡਾ ਅੰਬੈਸੀ ਦੀ ਵੈਬਸਾਈਟਸ ਜਿਹੜੀ ਹੈਗੀ ਹੈ cic.gc.ca ਜਾਂ canada.ca। ਉਸ ਦੇ ਉੱਪਰ ਇੱਕ ਸਰਚ ਬਾਕਸ ਹੈਗਾ, ਸਰਚ ਬਾਕਸ ਦੇ ਵਿੱਚ ਲਿਖਿਆ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਅਤੇ CICC ਦੀ ਵੈਬਸਾਈਟ ਦਾ ਲਿੰਕ ਆਏਗਾ। ਉਸ ਨੂੰ ਕਲਿੱਕ ਕਰਦੇ ਹਾਂ ਅਤੇ CICC ਮੈਂਬਰਸ ਦੀ ਲਿਸਟ ਆ ਜਾਏਗੀ ਕਿ ਕੌਣ ਕੌਣ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੇ। ਖਾਸ ਤੌਰ 'ਤੇ ਕੈਨੇਡੀਅਨ ਅੰਬੈਸੀ ਨੇ ਰੀਸੈਂਟਲੀ ਕੁਝ ਹਫ਼ਤੇ ਪਹਿਲਾਂ ਟਵੀਟ ਕੀਤਾ ਸੀ ਟਵਿੱਟਰ 'ਤੇ ਕਿ ਆਪਣੀ ਐਪਲੀਕੇਸ਼ਨ, ਭਾਵੇਂ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਵੀ ਹੋਵੇ, ਕੈਨੇਡਾ ਅੰਬੈਸੀ ਦੇ ਵਿੱਚ ਜਿਹੜਾ ਹੈ ਰਿਪਰੈਜ਼ੈਂਟੇਟਿਵ ਚੂਜ਼ ਕਰਨ ਵਾਸਤੇ ਆਥੋਰਾਈਜ਼ਡ ਲੀਗਲ ਰਿਪਰੈਜ਼ੈਂਟੇਟਿਵ ਜਿਹੜੇ CICC ਦੇ ਮੈਂਬਰ ਹੋਣ ਉਹਨਾਂ ਨੂੰ ਹੀ ਚੁਣਨਾ ਹੈਗਾ। ਵਿਦਆਊਟ ਜਿਹੜੇ ਨੇ ਅਨਆਥੋਰਾਈਜ਼ਡ ਕੰਸਲਟੈਂਟਸ ਨੂੰ ਨਹੀਂ ਚੁਣਨਾ ਚਾਹੀਦਾ ਹੈਗਾ। ਔਰ ਐਜ਼ CICC ਮੈਂਬਰ, ਐਜ਼ ਲੀਗਲੀ ਆਥੋਰਾਈਜ਼ਡ ਕੰਸਲਟੈਂਟ ਬਾਏ ਕੈਨੇਡਾ ਅੰਬੈਸੀ ਐਂਡ ਕੈਨੇਡਾ ਗੌਰਮੈਂਟ, ਅਸੀਂ ਲੇਟੈਸਟ ਅਪਡੇਟਸ ਸਾਨੂੰ ਅਪਡੇਟਡ ਰੱਖਦੇ ਨੇ ਕੈਨੇਡਾ ਅੰਬੈਸੀ, CICC ਔਰ ਕੈਨੇਡੀਅਨ ਇੰਸਟੀਟਿਊਸ਼ਨਸ ਜਿਨ੍ਹਾਂ ਦੇ ਅਸੀਂ ਡਾਇਰੈਕਟ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਹੈ। ਅਤੇ ਇਹ ਸਾਰੀ ਲੇਟੈਸਟ ਇਨਫੋਰਮੇਸ਼ਨ ਕਿ ਕਿਹੜੇ ਕਿਹੜੇ ਪ੍ਰੋਗਰਾਮਸ ਨੇ, ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈਗਾ, ਔਰ ਉਹਨਾਂ ਦੀ ਆਈਲੈਟਸ ਦੀ ਕੀ ਰਿਕੁਆਇਰਮੈਂਟ, ਪਰਸੈਂਟੇਜ ਦੀ ਕੀ ਰਿਕੁਆਇਰਮੈਂਟਸ, ਔਰ ਉਹਨਾਂ ਦੇ ਡਿਊਰੇਸ਼ਨ ਆਫ ਦਾ ਪ੍ਰੋਗਰਾਮ ਕੀ ਹੈਗਾ, ਫੀਸ ਕਿੰਨੀ ਹੈਗੀ ਵਗੈਰਾ, ਇਹ ਸਾਰੀ ਕਾਫੀ ਸਾਰੀ ਡਿਟੇਲ ਜਿਹੜੀ, ਔਰ ਕਿਹੜੇ ਕਿਹੜੇ ਕਾਲਜਿਸ ਜਿਹੜੇ ਨੇ, ਕਿਹੜੇ ਕਾਲਜ ਵਿੱਚ ਪੜ੍ਹ ਕੇ ਆਪਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਸਟੂਡੈਂਟਸ ਨੂੰ। IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਔਰ IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਪੜ੍ਹਾਏ ਜਾਂਦੇ ਨੇ, ਜਿਨ੍ਹਾਂ 'ਤੇ ਸਾਰਾ ਕੈਨੇਡਾ ਦੀ ਅੰਬੈਸੀ ਦੇ ਰੂਲਸ, ਰੈਗੂਲੇਸ਼ਨ, ਪਾਲਿਸੀਜ਼ ਆਧਾਰਿਤ ਹੁੰਦੇ ਨੇ। ਇਹ ਕਾਨੂੰਨ ਪੜ੍ਹਾਇਆ ਜਾਂਦਾ ਹੈਗਾ ਜਿਹੜੇ ਅਸੀਂ ਇਮੀਗ੍ਰੇਸ਼ਨ ਪ੍ਰੋਗਰਾਮ ਕਰਨਾ ਜ਼ਰੂਰੀ ਹੈਗਾ CICC ਮੈਂਬਰ ਬਣਨ ਵਾਸਤੇ। ਇਹ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਿਸੇ ਕੈਨੇਡੀਅਨ ਇੰਸਟੀਟਿਊਸ਼ਨ ਤੋਂ ਕਰਨਾ ਹੈਗਾ, ਆਈਲੈਟਸ ਦਾ ਪ੍ਰੋਗਰਾਮ ਦੇਣਾ ਹੈਗਾ, ਔਰ ਮੈਂਬਰਸ਼ਿਪ ਐਗਜ਼ਾਮ ਜਿਹੜਾ ਹੈਗਾ ਉਹ ਪਾਸ ਕਰਨਾ ਹੈਗਾ। ਕਾਫੀ ਕੰਪੀਟੀਟਿਵ ਹੁੰਦਾ ਹੈਗਾ, ਔਰ ਉਹ ਮੈਂਬਰਸ ਦੇ ਨਾਮ ਜਿਹੜਾ CICC ਦੀ ਜਿਹੜੀ ਹੈ ਵੈਬਸਾਈਟ 'ਤੇ ਦੇਖ ਸਕਦੇ ਹਾਂ। ਸੋ ਇਹ ਸਾਰੇ ਜਿਹੜੇ, ਔਰ ਫਿਰ ਇਹ ਕਿਉਂਕਿ ਮੈਂ ਧੰਨਵਾਦੀ ਹੈਗਾ ਚੈਨਲ ਦਾ, ਤੁਹਾਡੇ ਚੈਨਲ ਦਾ ਵੀ, ਹੋਰ ਵੀ ਕੁਝ ਚੈਨਲ 'ਤੇ ਗੱਲਬਾਤ ਹੁੰਦੀ ਰਹਿੰਦੀ ਹੈਗੀ ਹੈ, ਅਤੇ ਪੰਜਾਬ ਦੇ ਲੋਕ ਖਾਸ ਤੌਰ 'ਤੇ ਜਾਂ ਸਾਰੇ ਇੰਡੀਆ ਦੇ ਵਿੱਚ ਵੀ ਇਹ ਜਿਹੜੇ
ਮਿਸਗਾਈਡੈਂਸ ਔਰ ਠੱਗੀਆਂ ਫਰਾਡ ਔਰ ਬੜਾ ਕੁਝ ਗਲਤ ਮਤਲਬ ਚੱਲਦਾ ਹੈਗਾ, ਉਸ ਤੋਂ ਬਚਾਉਣ ਵਾਸਤੇ ਅਸੀਂ ਜਿਹੜੀ ਇਹ ਗੱਲਬਾਤ ਕਰਦੇ ਹਾਂ ਅਤੇ ਜਾਣੂ ਕਰਵਾਉਂਦੇ ਹਾਂ ਅਤੇ ਜਿਹੜਾ ਜਾਣਕਾਰੀਆਂ ਦਿੰਦੇ ਹੈਗੇ ਹਾਂ ਉਸ ਦੇ ਰਾਹੀਂ, ਉਸ ਦੇ ਮਾਧਿਅਮ ਦੇ ਨਾਲ ਜਦੋਂ ਸਟੂਡੈਂਟਸ ਪੇਰੈਂਟਸ ਇਹ ਸਾਰੀ ਜਾਣਕਾਰੀ ਲੈਂਦੇ ਹੈਗੇ ਅਤੇ ਜਾਣਨਾ ਚਾਹੁੰਦੇ ਨੇ ਕਿ ਵੈਦਰ ਕਿ ਕਿਸੇ ਕੰਸਲਟੈਂਟ ਨੂੰ ਪੁੱਛਦੇ ਨੇ ਤੁਸੀਂ CICC ਮੈਂਬਰ ਹੈਗੇ ਹੋ ਕਿ ਲੀਗਲੀ ਆਥੋਰਾਈਜ਼ਡ ਹੈਗੇ ਹੋ, ਅਤੇ ਕਈ ਕੰਸਲਟੈਂਟਸ ਫਿਰ ਮਿਸਗਾਈਡ ਇਹ ਕਰਦੇ ਨੇ ਕਿ ਅਸੀਂ ਹੈਗੇ ਹਾਂ ਜਦੋਂ ਕਿ ਨਹੀਂ ਹੁੰਦੇ। ਸੋ ਉਹਨਾਂ ਦਾ ਨਾਮ ਦੇਖ ਲੈਣਾ ਚਾਹੀਦਾ, ਵੈਬਸਾਈਟ 'ਤੇ ਹੈਗੇ ਵੀ ਨੇ, ਨਾਮ ਪੁੱਛ ਲਓ, ਦੇਖ ਲਓ, ਉਹਨਾਂ ਦਾ ਵਿਜ਼ਿਟਿੰਗ ਕਾਰਡ ਲਿਆਓ, ਉਹਨਾਂ ਦੇ ਬੋਰਡ 'ਤੇ ਨਾਂ ਲਿਖਿਆ ਹੋਏਗਾ। ਸੋ ਆਪ ਵੀ ਬਿਲਕੁਲ ਅਲਰਟ ਰਹੋ। ਔਰ ਦੂਸਰਾ ਕਈ ਲੋਕ ਕਹਿ ਦਿੰਦੇ ਕਿ ਸਾਡੇ ਪੈਨਲ 'ਤੇ ਨੇ CICC ਮੈਂਬਰ, ਸੋ ਪੈਨਲ 'ਤੇ ਹੈਗੇ ਨੇ ਲੇਕਿਨ ਕੈਨੇਡਾ ਬੈਠੇ ਨੇ ਔਰ ਮੇ ਬੀ ਹੈਗੇ ਨੇ ਜਾਂ ਨਹੀਂ, ਔਰ ਹੈਗੇ ਵੀ ਨੇ ਪੈਨਲ 'ਤੇ ਅਤੇ ਉਹਨਾਂ ਨੂੰ ਕੁਛ ਪੈਸੇ ਦੇ ਦਿੱਤੇ ਜਾਂਦੇ ਆ। ਉਹ ਆਪ ਜਿਹੜੇ ਨੇ CICC ਮੈਂਬਰ ਜਿਹੜੇ ਨੇ ਜਿਨ੍ਹਾਂ ਨੇ ਇਹ ਸਾਰੀ ਪੜ੍ਹਾਈ ਕੀਤੀ ਹੈਗੀ ਹੈ ਜਾਂ ਆਥੋਰਾਈਜ਼ਡ ਹੈਗੇ ਨੇ, ਉਹ ਤੁਹਾਡੇ ਪ੍ਰੋਫਾਈਲ ਦੇ ਉੱਪਰ ਵਰਕ ਨਹੀਂ ਕਰਦੇ, ਤੁਹਾਡੀ ਫਾਈਲ ਨੂੰ ਚੈੱਕ ਨਹੀਂ ਕਰਦੇ, ਤੁਹਾਡੀ ਫਾਈਲ ਨੂੰ ਬਣਾਉਂਦੇ ਨਹੀਂ ਹੈਗੇ, ਤੁਹਾਡੀ ਫਾਈਲ ਦੇ ਵਾਸਤੇ ਉਹਨਾਂ ਦੀ ਗਾਈਡੈਂਸ ਨਹੀਂ ਅਵੇਲੇਬਲ ਹੈਗੀ, ਤੁਹਾਡੇ ਨਾਲ ਡਾਇਰੈਕਟ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋ ਪਾਉਂਦੀ। ਸੋ ਇਸ ਦੇ ਇਲਾਵਾ ਕਈ ਕਹਿ ਦਿੰਦੇ ਨੇ ਅਸੀਂ CICC ਮੈਂਬਰ ਦੇ ਜਿਹੜੇ ਲੀਗਲੀ ਆਥੋਰਾਈਜ਼ਡ ਹੈਗੇ ਨੇ CICC ਮੈਂਬਰ, ਉਹਨਾਂ ਦੇ ਏਜੰਟ ਹੈਗੇ ਆ। ਏਜੰਟ ਜਿਹੜੇ ਨੇ ਉਹ ਸਿਰਫ ਰੈਫਰ ਕਰ ਸਕਦੇ ਨੇ, ਉਹ ਆਪ ਉਹਨਾਂ ਨੇ ਕੋਰਸ ਨਹੀਂ ਕੀਤਾ, ਪੜ੍ਹਾਈਆਂ ਨਹੀਂ ਕੀਤੀਆਂ, ਟੈਸਟ ਨਹੀਂ ਦਿੱਤੇ, ਕੰਪੀਟੈਂਟ ਨਹੀਂ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਣਾ ਕੰਸਲਟੈਂਟ ਚੁਣਨਾ ਹੈਗਾ ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਸਰ ਕਿ ਕਿਉਂਕਿ ਤੁਹਾਡੇ ਫਿਊਚਰ ਦੇ ਲਈ ਤੁਸੀਂ ਕਿਸ ਦੇ ਹੱਥਾਂ ਦੇ ਵਿੱਚ ਆਪਣਾ ਫਿਊਚਰ ਦੇ ਰਹੇ ਹੋ ਇਹਦੇ 'ਤੇ ਪੂਰਾ, ਕਿਉਂਕਿ ਬਾਹਰ ਜਾਣਾ ਹੈ ਅਤੇ ਪੂਰਾ ਤੁਹਾਡੀ ਪੂਰੀ ਲਾਈਫ ਮੈਟਰ ਕਰਦੀ ਹੈ, ਤੁਹਾਡੀ ਫੈਮਿਲੀ ਦੀ ਲਾਈਫ, ਤੁਹਾਡਾ ਪੈਸਾ ਮਿਹਨਤ ਦੇ ਨਾਲ ਤੁਹਾਡੇ ਮਮ ਡੈਡ ਨੇ ਕਮਾਇਆ, ਉਹ ਸਭ ਕੁਝ ਮੈਟਰ ਕਰਦਾ ਹੈਗਾ। ਸੋ ਆਪਣਾ ਫਿਊਚਰ ਸਹੀ ਹੱਥਾਂ ਦੇ ਵਿੱਚ ਹੀ ਦਿਓ ਅਤੇ ਜ਼ਰੂਰ ਇੱਕ ਸਹੀ ਤਰੀਕੇ ਦੇ ਨਾਲ ਚੂਜ਼ ਕਰੋ। ਜੀ ਮੈਂ ਇੱਕ ਗੱਲ ਹੋਰ ਜਿਹੜੀ ਹੈ ਥੋੜ੍ਹੀ ਹਾਈਲਾਈਟ ਕਰਨਾ ਚਾਹੁੰਦਾ ਹੈਗਾ ਕਿ ਕੈਨੇਡਾ ਤੋਂ ਬਾਹਰ ਕੋਈ ਵੀ ਆਪਣਾ ਆਫਿਸ ਖੋਲ੍ਹ ਸਕਦਾ, ਕਿੰਨੀ ਵੀ ਪੜ੍ਹਾਈ ਕੀਤੀ ਹੋਵੇ, ਔਰ ਇਹ ਸਾਰਾ ਕੁਝ ਟੈਸਟ ਵਗੈਰਾ ਇਹ ਕੁਝ ਵੀ ਜ਼ਰੂਰੀ ਨਹੀਂ ਹੈਗੇ, ਆਫਿਸ ਕੋਈ ਵੀ ਖੋਲ੍ਹ ਸਕਦਾ ਹੈਗਾ। ਜਿਹੜਾ ਇਮੀਗ੍ਰੇਸ਼ਨ ਇਜ਼ ਨੋਟ ਅ ਰੈਗੂਲੇਟਡ ਪ੍ਰੋਫੈਸ਼ਨ ਇਨ ਇੰਡੀਆ, ਔਰ ਕੈਨੇਡਾ ਦੇ ਵਿੱਚ ਆਫਿਸ ਖੋਲ੍ਹਣ ਵਾਸਤੇ ਇਹ ਜਿਹੜਾ ਹੈਗਾ ਇਮੀਗ੍ਰੇਸ਼ਨ ਇਜ਼ ਅ ਰੈਗੂਲੇਟਡ ਪ੍ਰੋਫੈਸ਼ਨ, ਔਰ ਇਸ ਨੂੰ ਜਿਹੜੇ ਸਿਰਫ CICC ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ਡ ਨੇ ਆਫਿਸ ਖੋਲ੍ਹਣ ਵਾਸਤੇ, ਉਹੀ ਖੋਲ੍ਹ ਸਕਦੇ ਨੇ। ਸੋ ਸਾਡੇ ਜਿਹੜੇ ਨੇ 2 ਆਫਿਸ ਨੇ, ਇੱਕ ਬਰੈਂਪਟਨ ਦੇ ਵਿੱਚ, ਇੱਕ ਸੈਸਕਾਟੂਨ, ਜਿਹੜਾ ਕਿ ਸੈਸਕਾਟੂਨ ਸਿਟੀ ਦੇ ਵਿੱਚ ਸਸਕੈਚੁਅਨ ਪ੍ਰੋਵਿੰਸ ਸਟੇਟ ਦੇ ਵਿੱਚ ਹੈਗਾ ਸਾਡਾ ਇੱਕ ਆਫਿਸ। 2 ਆਫਿਸਿਸ ਨੇ, ਆਫ ਕੋਰਸ 9 ਆਫਿਸ ਇੱਥੇ ਨੇ, ਹੈੱਡ ਆਫਿਸ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਅਤੇ 2003 ਤੋਂ ਕੰਪਨੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਓਨੈਸਟੀ ਨਾਲ, ਇਸ ਤੋਂ ਪਹਿਲਾਂ 2003 ਤੋਂ ਪਹਿਲਾਂ ਮੈਂ ਕਾਫੀ ਸਾਲ ਡਾਕਟਰੀ ਕੀਤੀ, ਹੌਸਪੀਟਲ ਸੀਗਾ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕੈਨੇਡੀਅਨ PR ਲੈ ਕੇ ਫਿਰ ਇਹ ਸਾਰਾ, ਔਰ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਵੀ ਹੋਣਾ ਜ਼ਰੂਰੀ ਹੈ ਇਹ CICC ਮੈਂਬਰ ਬਣਨ ਵਾਸਤੇ। ਸੋ ਇਹ ਸਾਰੇ ਐਗਜ਼ਾਮ ਵਗੈਰਾ ਪਾਸ ਕਰਕੇ ਔਰ ਇੱਕ ਕੰਪਨੀ 2003 ਤੋਂ ਤੁਹਾਡੀਆਂ ਸੇਵਾਵਾਂ ਕਰਦੀ ਆ ਰਹੀ ਹੈ। ਵੈਲਕਮ ਜੀ। ਬਿਲਕੁਲ ਸਰ, ਬਿਲਕੁਲ। CICC ਦੀ ਗੱਲ ਕੀਤੀ ਹੈ, ਸੋ ਬਹੁਤ ਸਾਰੇ ਇੱਦਾਂ ਦੇ ਵੀ ਬੱਚੇ ਹੋਣਗੇ ਜਿਨ੍ਹਾਂ ਨੂੰ ਸਮਝ ਨਹੀਂ ਆਈ ਹੋਏਗੀ CICC ਹੁੰਦਾ ਕੀ ਹੈ। ਸੋ ਮੈਂ ਚਾਹੁੰਦੀ ਆਪਾਂ ਵੀਡੀਓ ਸ਼ੇਅਰ ਕਰ ਦਿੰਦੇ ਹਾਂ, CICC ਦੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ, ਇਸ ਨੂੰ ਧਿਆਨ ਦੇ ਨਾਲ ਸੁਣਨਾ ਹੈ ਕਿਉਂਕਿ ਤੁਸੀਂ ਦੇਖੋ ਅੱਗੇ ਕਿਹੜਾ ਕੰਸਲਟੈਂਟ ਚੂਜ਼ ਕਰ ਰਹੇ ਹੋ, ਉਹ ਵੀ ਮੈਂਬਰ ਹੈ ਕਿ ਨਹੀਂ, ਆਥੋਰਾਈਜ਼ ਕੈਨੇਡਾ ਅੰਬੈਸੀ ਵੱਲੋਂ ਹੈ ਕਿ ਨਹੀਂ, ਸੋ ਇਹ ਜਾਣਨਾ ਬਹੁਤ ਜ਼ਰੂਰੀ ਹੈ। Regulated Canadian immigration consultants and regulated international student immigration advisors hold in their hands the future of those who dream of making a new life in Canada. It's more than a job, it's a calling. It demands a sense of duty and a passion to be the best. These consultants and advisors must be worthy of the trust placed in them by those who need help navigating the immigration process. That trust doesn't happen by accident. Building trust comes from setting and adhering to high educational, professional, and ethical standards. Building trust also results from a regulated, disciplined profession that protects immigrants, their families, and the public. The College of Immigration and Citizenship Consultants is a standard bearer, enhancing the reputation of licensed consultants and advisors by safeguarding the public. And when we champion the college's regulation, standards, excellence, and enforcement, we serve as ambassadors for Canada's reputation as a peaceful, prosperous destination with a world-class immigration system. We build trust when we all meet the challenge to be the best. The College of Immigration and Citizenship Consultants. ਸੋ ਬਿਲਕੁਲ। ਅੱਛਾ ਸਰ, ਹੁਣ
ਇਹ ਤਾਂ ਹੋ ਗਿਆ CICC ਮੈਂਬਰ। ਸੋ ਬੱਚਾ ਕਿੱਦਾਂ ਸਮਝ ਸਕਦਾ ਹੈ ਜਦੋਂ ਕਿਸੇ ਕੰਸਲਟੈਂਟ ਦੇ ਕੋਲ ਜਾਂਦਾ ਹੈ ਕਿ ਹਾਂ ਇਹ ਫਰਾਡ ਕਰ ਰਿਹਾ ਮੇਰੇ ਨਾਲ? ਸੋ ਉਹ ਕਿਹੜੇ ਪੁਆਇੰਟਸ ਹੁੰਦੇ ਨੇ? ਦੇਖੋ ਪ੍ਰੀਤ ਜੀ, ਰੀਸੈਂਟਲੀ ਮੇਰੇ ਕੋਲੇ ਕਿਸੇ ਸਟੂਡੈਂਟ ਨੇ ਮੇਰੀ ਕਾਫੀ ਸਾਰੀ, ਦੇਖੋ ਇੱਕ ਸੈਸ਼ਨ ਦੇ ਵਿੱਚ ਇੱਕ ਟੀਵੀ ਇੰਟਰਵਿਊ ਦੇ ਜਾਂ ਮੇਰੇ ਲਾਈਵ ਸੈਸ਼ਨਸ ਵੀ ਹੁੰਦੇ ਨੇ ਫੇਸਬੁੱਕ, ਇੰਸਟਾਗ੍ਰਾਮ, YouTube ਤੇ, ਉਹ ਕਾਫੀ ਸਾਰੇ ਦੇਖ ਸਕਦੇ ਨੇ ਸਟੂਡੈਂਟਸ, ਪੇਰੈਂਟਸ ਜਿਹੜੇ ਦੇਖਦੇ ਪਏ ਨੇ। ਤੇ ਇਹ ਕੀਤਾ ਉਹਨਾਂ ਜਿਹੜੇ ਮੇਰੇ ਦੇਖਦੇ ਹੁੰਦੇ ਸੀ ਕਾਫੀ ਸਾਰੇ ਲਾਈਵ ਸੈਸ਼ਨ, ਟੀਵੀ ਇੰਟਰਵਿਊਜ਼, ਉਹਨਾਂ ਦੇ ਕੋਈ ਰਿਲੇਟਿਵ ਸੀਗੇ ਜਾਣ ਪਛਾਣ ਵਾਲੇ, ਉਹਨਾਂ ਦੇ ਕੋਲੇ ਉਹਨਾਂ ਦੇ ਫਾਈਲ ਲਾ ਦਿੱਤੀ। ਤੇ ਉਹਦੇ ਵਿੱਚ ਮੇਰੀ ਅਕਸਰ ਇਹ ਗੱਲ ਸੁਣਦੇ ਸੀਗੇ ਕਿ ਤੁਸੀਂ ਫਰਾਡ ਤੋਂ ਬਚਣ ਵਾਸਤੇ ਆਪਣੇ ਬੈਂਕ ਤੋਂ ਸਿੱਧੇ ਕੈਨੇਡੀਅਨ ਬੈਂਕ 'ਚ GIC ਦੇ ਪੈਸੇ ਸਿੱਧੇ ਕੈਨੇਡੀਅਨ ਬੈਂਕ 'ਚ, ਔਰ ਕਾਲਜ ਦੀ ਟਿਊਸ਼ਨ ਫੀਸ ਦੇ ਪੈਸੇ ਸਿੱਧੇ ਜਿਹੜੇ ਕਾਲਜ ਦੇ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਨੇ ਨੇ। ਕਿਸੇ ਕੰਸਲਟੈਂਟ ਨੂੰ ਚੈੱਕ, ਡਰਾਫਟ, ਕੈਸ਼ ਜਾਂ ਬੈਂਕ ਟ੍ਰਾਂਸਫਰ ਰਾਹੀਂ ਆਪਣੇ ਕੰਸਲਟੈਂਟ ਨੂੰ ਕਾਲਜ ਦੇ ਜਾਂ GIC ਦੇ ਪੈਸੇ ਜਿਹੜੇ ਲੱਖਾਂ ਰੁਪਏ ਬਣਦੇ ਨੇ, ਜਿਹੜੇ GIC ਦੇ $10,000 ਇਸ ਵਕਤ ਹੈਗੇ ਨੇ, ਤਕਰੀਬਨ ਕੋਈ 6-6 ਲੱਖ ਬਣਦੇ ਨੇ, ਔਰ ਜਿਹੜੀ ਕਾਲਜ ਦੀ ਫੀਸ 1 ਸਾਲ ਦੀ ਇਸ ਵਕਤ ਦੇਣੀ ਚਾਹੀਦੀ ਹੈ ਵੀਜ਼ਾ ਸਕਸੈਸ ਰੇਟ ਹਾਈ ਵਾਸਤੇ, ਅੱਜ ਤੱਕ ਕਿ ਆਪਣੀ ਫਾਈਲ SDS ਵਿੱਚ ਲੱਗੇ, ਔਰ ਉਹ ਬਣਦੀ ਹੈ ਤਕਰੀਬਨ ਕੋਈ 8 ਤੋਂ 12 ਲੱਖ ਦੇ ਵਿੱਚ। ਜਨਰਲ ਜਿਹੜੀ ਆ ਆਮ ਤੌਰ 'ਤੇ 10 ਲੱਖ 1 ਸਾਲ ਦੀ। ਸੋ ਇਹ ਲੱਖਾਂ ਰੁਪਏ ਦਾ ਜਿਹੜਾ ਹੈਗਾ, ਤੇ ਇਹ ਉਸ ਕੰਸਲਟੈਂਟ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਤੁਸੀਂ ਮੈਨੂੰ ਦੇ ਦਿਓ, ਮੈਂ ਟ੍ਰਾਂਸਫਰ ਕਰਾ ਦਾਂਗਾ। ਔਰ ਉਸ ਦੇ ਨਾਲ, ਕਿਉਂਕਿ ਉਹਨਾਂ ਨੇ ਮੇਰੀ ਗੱਲਾਂ ਸੁਣੀਆਂ ਹੋਈਆਂ ਸੀਗੀਆਂ ਕਿ ਨਹੀਂ ਇਸ ਤਰ੍ਹਾਂ ਦੇਣਾ ਚਾਹੀਦਾ, ਤੇ ਉਹਨਾਂ ਦੇ ਜਿਹੜਾ ਅਲਰਟ ਹੋ ਗਏ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਡੀ ਕੰਪਨੀ ਨੂੰ ਕੰਟੈਕਟ ਕੀਤਾ ਤੇ ਡੈਫੀਨੇਟਲੀ ਫਿਰ ਅੱਗੇ ਗੱਲ ਵਧੀ। ਲੇਕਿਨ ਇਹ ਕਾਫੀ ਸਾਰੀਆਂ ਚੀਜ਼ਾਂ ਜਾਣਨੀਆਂ ਜ਼ਰੂਰੀ ਨੇ। ਅਗੇਨ ਕਿ ਇੱਕ ਗੱਲਬਾਤ ਦੇ ਵਿੱਚ, ਇੱਕ ਸੈਸ਼ਨ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਨਾ ਵੀ ਕਰ ਸਕੀਏ, ਤੇ ਸਾਡੇ ਜਿਹੜੇ ਫੇਸਬੁੱਕ ਪੇਜ, ਇੰਸਟਾਗ੍ਰਾਮ ਔਰ YouTube ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ, ਔਰ ਉੱਥੇ ਜਿਹੜੀ ਕਾਫੀ ਸਾਰੇ ਟੀਵੀ ਇੰਟਰਵਿਊਜ਼ ਅਸੀਂ ਅਪਲੋਡ ਕਰਦੇ ਹੈਗੇ ਆ, ਮੇਰੇ ਲਾਈਵ ਸੈਸ਼ਨਸ ਹੁੰਦੇ ਨੇ, ਉਹ ਜ਼ਰੂਰ ਅਲੱਗ-ਅਲੱਗ 5-7-10 ਤਰ੍ਹਾਂ ਦੇ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਇਹ ਹੋ ਸਕੇ, ਲੇਕਿਨ ਖਾਸ ਤੌਰ 'ਤੇ ਤਾਂ ਕਿ ਨੌਲੇਜ ਹੋ ਸਕੇ। ਔਰ ਲੇਕਿਨ ਖਾਸ ਤੌਰ 'ਤੇ ਪ੍ਰੀਤ ਜੀ, ਮੈਂ ਇੱਕ ਗੱਲ ਇਹ ਵੀ ਕਹੂੰਗਾ ਕਿ ਕਾਫੀ ਸਾਰੇ ਗੱਲਾਂ ਬਾਤਾਂ ਹੋਈਆਂ, ਲੇਕਿਨ ਇੱਕ ਬੜੀ ਹੈਰਾਨੀ ਦੀ ਗੱਲ ਕਿ ਮੈਂ ਆਪਣੇ ਫਿਰੋਜ਼ਪੁਰ ਆਫਿਸ ਤੋਂ ਨਿਕਲਿਆ, ਥੋੜੀ ਦੂਰ ਅੱਗੇ ਜਾ ਕੇ ਮੈਂ ਦੇਖਿਆ ਇੱਕ ਬੋਰਡ ਲੱਗਿਆ ਹੋਇਆ ਸੀਗਾ ਵੀਜ਼ਾ ਰਿਫਿਊਜ਼ਲ ਸਪੈਸ਼ਲਿਸਟ, ਔਰ 100% ਵੀਜ਼ਾ ਗਰੰਟੀ। ਔਰ ਸ਼ਾਇਦ ਜੇ ਸਾਰਿਆਂ ਨੂੰ ਪਤਾ ਹੋਵੇ ਤੇ ਗਰੰਟੀ ਵਰਡ ਕੈਨੇਡਾ ਅੰਬੈਸੀ ਜਿਹੜੀ ਹੈ ਉਹ ਉਸ ਦੇ ਵੱਲੋਂ ਸਟ੍ਰਿਕਟ ਇੰਸਟਰਕਸ਼ਨਸ ਕਿ ਚਾਹੇ ਸਟਰੋਂਗ ਕਿੰਨਾ ਵੀ ਕੇਸ ਹੋਵੇ, ਕੋਈ ਵੀ ਕੰਸਲਟੈਂਟ ਆਥੋਰਾਈਜ਼ਡ ਨਹੀਂ ਹੈਗਾ ਇਹ ਕਹਿਣ ਵਾਸਤੇ ਕਿ ਜੀ ਵੀਜ਼ਾ ਦੀ ਗਰੰਟੀ ਹੈਗੀ ਹੈ। ਵੀਜ਼ਾ ਕਿਸੇ ਕੰਸਲਟੈਂਟ ਨੇ ਨਹੀਂ ਦੇਣਾ, ਵੀਜ਼ਾ ਅੰਬੈਸੀ ਨੇ ਦੇਣਾ। ਸੋ ਅਸੀਂ ਜਿਹੜਾ ਹੈ ਇਹ ਕਹਿ ਦਿੰਦੇ ਚਾਂਸਿਸ ਜਾਂ ਕੋਈ ਗੱਲ ਨਹੀਂ, ਇਹ ਸਾਰੀ ਗੱਲਬਾਤ, ਲੇਕਿਨ ਗਰੰਟੀ ਨਹੀਂ ਦੇ ਸਕਦੇ। ਤੇ ਬੜੇ ਸਾਰੇ ਕੰਸਲਟੈਂਟ ਆਫਰ ਲੈਟਰਾਂ ਦੀਆਂ ਵੀ ਗਰੰਟੀਆਂ ਦੇ ਦਿੰਦੇ ਨੇ, ਔਰ ਵੀਜ਼ਾ ਦੀਆਂ ਵੀ ਗਰੰਟੀਆਂ ਦੇ ਦਿੰਦੇ ਨੇ, ਕਈ ਤਰ੍ਹਾਂ ਦੀ ਮਿਸਗਾਈਡੈਂਸ ਕਰਦੇ ਨੇ। ਤੇ ਮੈਂ ਪ੍ਰੀਤ ਜੀ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਇੱਕ ਵੀਡੀਓ ਕੈਨੇਡਾ ਅੰਬੈਸੀ ਵੱਲੋਂ ਬਣਾਈ ਹੋਈ ਹੈ, ਉਸ ਦਾ ਹੈਡਿੰਗ ਹੈਗਾ ਡੋਂਟ ਬੀ ਏ ਵਿਕਟਿਮ ਆਫ ਡਿਸਅਪੀਅਰਿੰਗ ਐਕਟ। ਜੇ ਆਪਾਂ ਗੂਗਲ ਤੇ ਲਿਖਾਂਗੇ ਡੋਂਟ ਬੀ ਏ ਵਿਕਟਿਮ ਆਫ ਡਿਸਅਪੀਅਰਿੰਗ ਐਕਟ, ਸੌਰੀ ਗੂਗਲ ਤੇ ਲਿਖ ਲਈਏ, ਭਾਵੇਂ ਜਿਹੜਾ ਹੈ YouTube ਤੇ ਲਿਖ ਲਈਏ, YouTube ਤੇ ਇਹ ਵੀਡੀਓ ਜਿਹੜੀ ਹੈ CIC ਦਾ ਮਤਲਬ ਕੈਨੇਡੀਅਨ ਅੰਬੈਸੀ ਵੱਲੋਂ ਬਣਾ ਕੇ ਕੈਨੇਡੀਅਨ ਅੰਬੈਸੀ ਵੱਲੋਂ ਅਪਲੋਡ ਕੀਤੀ ਗਈ ਹੈਗੀ ਹੈ ਲੋਕਾਂ ਦੀ ਗਾਈਡੈਂਸ ਦੇ ਲਈ। ਤੇ ਮੈਂ ਤੁਹਾਨੂੰ ਰਿਕੁਐਸਟ ਜ਼ਰੂਰ ਕਰੂੰਗਾ ਕਿ TV ਤੇ ਜਿਹੜਾ ਇਹ ਜਿਹੜੀ ਵੀਡੀਓ ਦਿਖਾਈ ਜਾਵੇ। ਬਿਲਕੁਲ ਮੈਂ ਆਪਣੀ ਟੀਮ ਨੂੰ ਕਹਾਂਗੀ ਕਿ ਇਹ ਵੀਡੀਓ ਜਿਹੜੀ ਸਾਡੀ ਆਡੀਅנס ਦੇ ਨਾਲ ਸ਼ੇਅਰ ਕੀਤੀ ਜਾਵੇ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ। ਤੇ ਬਾਕੀ ਪਾਇਨੀਅਰ ਇਮੀਗ੍ਰੇਸ਼ਨ ਜਿਵੇਂ ਸਰ ਨੇ ਕਿਹਾ ਹੈਗਾ, ਕਿਉਂਕਿ ਸ਼ੋਅ ਦੇ ਵਿੱਚ ਇੱਕ ਵਾਰ ਗੱਲ ਪ੍ਰੋਪਰ, ਕਿਉਂਕਿ ਟਾਈਮ ਵੀ ਘੱਟ ਹੁੰਦਾ ਸੀ, ਪੂਰੀ ਕੋਸ਼ਿਸ਼ ਕਰਦੇ ਆ ਹਰ ਸਵਾਲ ਰੱਖੀਏ, ਪਰ ਅਗਰ ਮਿਸ ਕਰ ਦਿੰਦੇ ਹੋ ਪਾਇਨੀਅਰ ਇਮੀਗ੍ਰੇਸ਼ਨ ਦੇ ਪੇਜ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਚੈੱਕ ਆਊਟ ਕਰੋ। I want to immigrate to Canada. Oh, well, you've come to the right place. Work visas, family applications, approvals, I can guarantee them. Fast, fast, fast. And I take cash. You take cash. Don't be the victim of a disappearing act. If something sounds too good to be true, it probably is. If you use an unauthorized representative, your application may be refused and you could be defrauded. Each year, Citizenship and Immigration Canada approves hundreds of thousands of immigration applications from those who use immigration representatives. But only some people are authorized to charge a fee to represent you on a Canadian immigration application. Find out who is an authorized representative and who can legally represent you by visiting our website. ਅੱਛਾ ਸਰ, ਹੁਣ ਇਹ
ਤੁਸੀਂ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਕਿਵੇਂ ਫਰਾਡ ਤੋਂ ਬਚੀਏ, ਕਿਹੜਾ ਕੰਸਲਟੈਂਟ ਚੂਜ਼ ਕਰੀਏ। ਅੱਛਾ, ਹੁਣ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਕਿਹੜੇ ਕੋਰਸ ਚੂਜ਼ ਕਰੀਏ। ਬੱਚੇ ਨੂੰ ਨਹੀਂ ਨੌਲੇਜ, ਇੱਥੇ 12th ਪਾਸ ਕਰ ਲਈ, ਚਾਹੇ ਉਹ ਆਰਟਸ ਬੈਕਗਰਾਊਂਡ ਹੈ, ਚਾਹੇ ਮੈਡੀਕਲ ਨਾਨ ਮੈਡੀਕਲ, ਪਰ ਨੌਲੇਜ ਨਹੀਂ ਹੈਗੀ ਕਿ ਮੈਂ ਕੈਨੇਡਾ ਜਾਣਾ, ਉੱਥੇ ਕਿਹੜੇ ਕੋਰਸ ਮੇਰੇ ਲਈ ਬੈਨੀਫੀਸ਼ੀਅਲ ਰਹਿਣਗੇ। ਬਿਲਕੁਲ, ਦੇਖੋ ਪ੍ਰੀਤ ਜੀ, ਪਹਿਲੇ ਇਸ ਤੋਂ ਪਹਿਲਾਂ ਜਿਹੜਾ ਕੋਰਸ ਤੋਂ ਪਹਿਲਾਂ ਮੈਂ ਹੋਰ ਥੋੜਾ ਜਿਹਾ ਇੱਕ ਸਵਾਲ ਇਹਨੂੰ ਵਧਾਊਂਗਾ ਕਿ ਬਈ ਕਾਲਜ ਕਿਹੜਾ ਚੂਜ਼ ਕਰੀਏ, ਕਿਉਂਕਿ ਕੋਰਸ ਚੂਜ਼ ਕਰਾਂਗੇ ਉਸ ਤੋਂ ਪਹਿਲਾਂ ਕਾਲਜ ਕਿਹੜੇ ਕਾਲਜ ਦੇ ਵਿੱਚ ਕੋਰਸ ਚੂਜ਼ ਕਰਾਂਗੇ। ਤੇ ਉਹ ਕਾਲਜ ਵਿੱਚ ਅੱਜ ਕੱਲ੍ਹ ਜਿਹੜਾ ਮੈਂ ਦੇਖਦਾ ਪਿਆ ਬਹੁਤ ਸਾਰੇ ਕੰਸਲਟੈਂਟਸ, ਇਹ ਮਿਸਗਾਈਡੈਂਸ ਹੁੰਦੀ ਹੈ। ਬਾਰ-ਬਾਰ ਗੱਲ ਆਪਾਂ ਮਿਸਗਾਈਡੈਂਸ ਦੀ ਇਸ ਕਰਕੇ ਗੱਲ ਕਰਦੇ ਹਾਂ, ਬੜਾ ਅਵਰ ਹਾਰਟ ਕ੍ਰਾਈਸ ਦਾ ਮਤਲਬ ਸਾਨੂੰ ਬੜਾ ਮਹਿਸੂਸ ਫੀਲ ਹੁੰਦਾ, ਬੈਡ ਫੀਲ ਹੁੰਦਾ ਕਿ 15-20 ਲੱਖ ਰੁਪਏ ਦੇ ਬਜਟ ਵਾਸਤੇ ਸਟੂਡੈਂਟਸ 12ਵੀਂ ਪਾਸ ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਤੇ ਬੱਚੇ ਆਪਣੇ ਫਿਊਚਰ ਬਣਾਉਣਾ ਚਾਹੁੰਦੇ ਨੇ, ਕਰੀਅਰ ਬਣਾਉਣਾ, ਲਾਈਫ ਬਣਾਉਣਾ ਚਾਹੁੰਦੇ ਨੇ, ਬੜੇ ਕ੍ਰੇਜ਼ੀ, ਬੜੇ ਉਤਸੁਕ ਹੁੰਦੇ ਨੇ, ਔਰ ਕਿੱਥੇ ਉਹਨਾਂ ਦੇ ਕੁਝ 5-7-10 ਲੱਖ ਰੁਪਏ ਫਰਾਡ ਦੇ ਵਿੱਚ ਚਲੇ ਜਾਂਦੇ, ਉਹਨਾਂ ਦਾ ਸੁਪਨਾ ਸਾਰਾ ਖਤਮ ਹੋ ਜਾਂਦਾ, ਦੁਕਾਨ ਵੇਚਦੇ, ਘਰ ਵੇਚਦੇ, ਗਹਿਣਾ ਵੇਚਦੇ, ਇਸ ਤਰ੍ਹਾਂ ਕਰਕੇ ਕਿਸੇ ਤਰ੍ਹਾਂ ਪੈਸੇ ਇਕੱਠੇ ਕੀਤੇ ਹੁੰਦੇ। ਸੋ ਜਿਹੜੀ ਇੱਕ ਕਾਲਜ ਪਹਿਲਾਂ, ਸਭ ਤੋਂ ਪਹਿਲਾਂ ਇਸ ਕਰਕੇ ਜਾਣਨਾ ਜ਼ਰੂਰੀ ਹੈਗਾ ਕਿ ਕਿਹੜਾ ਠੀਕ ਹੈ ਕਿਹੜਾ ਨਹੀਂ, ਕਿਉਂਕਿ DLI ਜਿਹੜੇ ਨੇ, DLI ਇੱਕ ਮਿਸਗਾਈਡੈਂਸ ਹੈਗੀ ਕਿ ਸਾਰੇ DLI ਕਈ ਵਾਰੀ ਜਿਹੜੇ ਆਪਾਂ ਉਸ ਕਾਲਜ ਵਿੱਚ ਅਪਲਾਈ ਕਰਾਂਗੇ ਜਿੱਥੇ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੈ, ਕਿਉਂਕਿ ਪੜ੍ਹਾਈ ਕੀਤੀ ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ ਦਾ ਮਤਲਬ ਕਿ ਕੰਮ ਕਰਨ ਦੀ ਅਥਾਰਟੀ ਕੈਨੇਡੀਅਨ ਐਮਬੈਸੀ ਵੱਲੋਂ ਦੇ ਦਿੱਤੀ ਗਈ, ਔਰ ਉਸ ਦੌਰਾਨ ਕੰਮ ਕਰਕੇ PR ਦੀ ਐਲੀਜੀਬਿਲਿਟੀ ਰੂਲਸ ਰੈਗੂਲੇਸ਼ਨ ਨੂੰ ਪੂਰਾ ਕਰਦੇ ਹੋਏ PR ਵਾਸਤੇ ਫਾਈਲ ਲਾਈ ਔਰ PR ਹੋ ਗਏ, ਪਰਮਾਨੈਂਟ ਰੈਜ਼ੀਡੈਂਟ ਪੱਕੇ ਹੋ ਗਏ ਜੀ। ਸੋ ਇਹ ਜਿਹੜਾ ਕਿਹੜਾ ਕਾਲਜ ਵਰਕ ਪਰਮਿਟ ਜਿਹੜਾ ਮਿਲਦਾ ਹੈ, ਕਿਸ ਕਾਲਜ ਦੇ ਵਿੱਚ ਪੜ੍ਹਨ ਤੋਂ ਬਾਅਦ ਕਿਹੜੇ ਵਿੱਚ ਨਹੀਂ ਮਿਲਦਾ, ਇਸ ਦੀ ਬੜੀ ਸਾਰੀ ਮਿਸਗਾਈਡੈਂਸ ਹੈਗੀ ਹੈ। ਤੇ ਬੜਾ ਸੌਖਾ ਤਰੀਕਾ ਹੈਗਾ ਕਿ ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਤੇ ਇਹ ਲਿਸਟ ਦਿੱਤੀ ਹੋਈ ਹੈਗੀ ਆ, ਜਿਸ ਨੂੰ ਆਪਾਂ ਦੇਖ ਸਕਦੇ ਹਾਂ। ਗੂਗਲ ਦੇ ਉੱਪਰ ਸਰਚ ਕਰਨਾ ਹੈ DLI ਲਿਸਟ ਕੈਨੇਡਾ, ਇਹ ਵਰਡ ਲਿਖਣੇ ਨੇ DLI ਲਿਸਟ ਕੈਨੇਡਾ, ਤੇ ਜਦੋਂ ਸਰਚ ਕਰਾਂਗੇ ਤੇ ਗੂਗਲ ਲੈ ਜਾਏਗਾ ਕੈਨੇਡੀਅਨ ਐਮਬੈਸੀ ਦੇ ਉਸ ਪੇਜ ਤੇ ਜਿੱਥੇ ਇਹ ਸਾਰੀ ਲਿਸਟ ਦਿੱਤੀ ਹੋਈ ਹੈਗੀ। ਇੱਕ ਬਾਕਸ ਹੈਗਾ ਜਿਸ ਦੇ ਵਿੱਚ ਪਹਿਲਾਂ ਆਪਾਂ ਪ੍ਰੋਵਿੰਸ ਚੂਜ਼ ਕਰਨੀ ਹੈਗੀ ਹੈ ਕਿ ਪ੍ਰੋਵਿੰਸ ਕਿਹੜੀ ਵਿੱਚ ਆਪਾਂ ਸੋਚਦੇ ਪਏ ਹੈਗੇ ਆ, ਅਲਬਰਟਾ, ਸਸਕੈਚੁਆਨ, ਓਨਟਾਰੀਓ, ਮੈਨੀਟੋਬਾ ਵਗੈਰਾ ਜਿਹੜੀ ਵੀ ਪ੍ਰੋਵਿੰਸ ਵਿੱਚ ਜਾਣਾ ਚਾਹੁੰਦੇ ਹੋ, ਕਾਲਜ ਦੇ ਬਾਰੇ ਗੱਲਬਾਤ ਚੱਲਦੀ, ਉਹ ਪ੍ਰੋਵਿੰਸ ਚੂਜ਼ ਕਰਕੇ ਅੱਗੇ ਇੱਕ ਬਾਕਸ ਹੈਗਾ ਜਿਸ ਦੇ ਵਿੱਚ ਕਾਲਜ ਦਾ ਨਾਂ ਲਿਖ ਦਾਂਗੇ ਤਾਂ ਉਹ ਕਾਲਜ ਦਾ ਨਾਂ ਆ ਜਾਏਗਾ, ਨਹੀਂ ਲਿਖਾਂਗੇ ਤਾਂ ਸਾਰੀ ਲਿਸਟ ਉਸ ਪ੍ਰੋਵਿੰਸ ਦੇ ਵਿੱਚ ਜਿੰਨੇ ਵੀ ਕਾਲਜ ਨੇ ਸਾਰੀ ਲਿਸਟ ਆ ਜਾਏਗੀ, ਔਰ ਉਸ ਦੇ ਅੱਗੇ ਕਾਲਜ ਦੇ ਨਾਂ ਦੇ ਅੱਗੇ ਲਿਖਿਆ ਹੋਵੇਗਾ ਯੈਸ ਜਾਂ ਨੋ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਉਸ ਕਾਲਜ ਪੜ੍ਹ ਕੇ ਕਿ ਨਹੀਂ। ਇੱਕ ਬੜੀ ਆਮ ਤੌਰ 'ਤੇ ਮਿਸਗਾਈਡ ਕਰਨ ਦਾ ਤਰੀਕਾ ਹੈਗਾ, ਕਈ ਜਿਹੜੇ ਕੰਸਲਟੈਂਟ ਏਜੰਟ ਕਹਿ ਦਿੰਦੇ ਨੇ ਕਿ ਇਹ ਕਾਲਜ DLI ਲਿਸਟ ਵਿੱਚ ਹੈਗਾ, ਮਤਲਬ DLI ਲਾਇਸੈਂਸ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਹੈਗਾ। DLI ਦਾ ਮਤਲਬ ਇਹ ਕਿ ਇਹ ਆਥੋਰਾਈਜ਼ਡ ਹੈਗਾ ਜੀ, ਗੁੱਡ ਕਾਲਜ। ਐਕਚੁਅਲੀ ਜਿਹੜਾ ਹੈਗਾ ਸਹੀ ਗੱਲ ਇਹ ਹੈਗੀ ਕਿ DLI ਮੀਨਸ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਮੀਨਸ ਕਿ ਇਹਨਾਂ ਨੂੰ ਕੈਨੇਡਾ ਤੋਂ ਬਾਹਰ ਫੋਰਨ ਤੋਂ ਸਟੂਡੈਂਟਸ ਸਟੱਡੀ ਪਰਮਿਟ 'ਤੇ ਲੈ ਕੇ ਆਉਣ ਦੀ ਇਜਾਜ਼ਤ ਹੈਗੀ ਹੈ। ਇਹ ਲਿਆ ਸਕਦੇ ਨੇ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ, ਲੇਕਿਨ ਉਹਨਾਂ ਦੇ ਵਿੱਚ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਕਿ ਨਹੀਂ ਮਿਲੇਗਾ ਇਹ ਵੱਖਰੀ ਗੱਲ ਹੈਗੀ ਆ। 10 ਵਿੱਚੋਂ 2 ਕਾਲਜਾਂ 'ਚ ਮਿਲਦਾ, 8 ਵਿੱਚ ਨਹੀਂ ਮਿਲਦਾ ਇਸ ਲਿਸਟ ਦੇ ਵਿੱਚ ਅਗਰ ਦੇਖੀਏ ਆਪਾਂ। ਤੇ ਇਹ ਆਪਾਂ ਦੇਖਣਾ ਹੈਗਾ ਕਿ ਆਪਾਂ ਜਿਹੜਾ ਕਾਲਜ ਚੂਜ਼ ਕਰਦੇ ਪਏ ਹੈਗੇ ਆ ਉਹ ਉਹਦੇ ਵਿੱਚ ਮਿਲੇਗਾ ਕਿ ਨਹੀਂ। ਇਹ ਜਿਸ ਤਰ੍ਹਾਂ ਮੈਂ ਦੱਸਿਆ ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਤੇ ਦੇਖ ਕੇ ਆਪਾਂ ਉਹਨਾਂ ਕਾਲਜਾਂ ਵਿੱਚ ਹੀ ਅਪਲਾਈ ਕਰਨਾ ਹੈਗਾ ਜਿੱਥੇ ਵਰਕ ਪਰਮਿਟ ਮਿਲਣਾ ਹੈਗਾ। ਸੋ ਇਹ ਕਾਲਜ ਕੋਰਸਿਸ ਦੀ ਜਿਹੜੀ ਹੈਗੀ ਆ ਉਹ ਇੰਨੀ ਜ਼ਿਆਦਾ ਲੰਬੀ ਗੱਲਬਾਤ ਹੈ ਕਿ ਸ਼ਾਇਦ ਇੱਥੇ ਬੈਠ ਕੇ ਟਾਈਮ ਘੱਟ ਹੁੰਦਾ ਪੈ ਜਾਂਦਾ ਹੈਗਾ ਕਿ ਆਪਾਂ ਨਹੀਂ ਜ਼ਿਆਦਾ ਧਿਆਨ ਨਾਲ ਦੇਖ ਸਕਦੇ। ਲੇਕਿਨ ਕਈ ਲੋਕ ਅਫੋਰਡ ਨਹੀਂ ਕਰਦੇ, ਫੀਸ ਦੇ ਬਾਰੇ ਉਹਨਾਂ ਦਾ ਧਿਆਨ ਹੁੰਦਾ ਹੈਗਾ। ਬੜੇ ਸਾਰੇ ਇੰਸਟੀਟਿਊਸ਼ਨ ਜਿੱਥੇ ਕਿ ਮੈਂ ਦੱਸਿਆ ਸੀ ਕਿ 1 ਸਾਲ ਦੀ ਫੀਸ 10 ਲੱਖ, 2 ਸਾਲ ਦੀ 20 ਲੱਖ, ਤੇ ਬੜੇ ਸਾਰੇ ਇੰਸਟੀਟਿਊਸ਼ਨ ਨੇ ਜਿੱਥੇ 2 ਸਾਲ ਦੀ ਫੀਸ 15 ਲੱਖ ਹੋਏਗੀ। ਸੋ ਘੱਟ ਫੀਸ ਵਿੱਚ ਅਗਰ ਜਾਣਾ ਚਾਹੁੰਦੇ ਹੋ ਉਹ ਤੁਸੀਂ ਦੱਸ ਦਿਓ ਤੇ ਉਹਨ ਕਿੱਥੇ ਕਿਹੜੇ ਕਾਲਜ 'ਚ ਕਿੱਥੇ ਘੱਟ ਫੀਸ ਹੈਗੀ ਆ ਉਹ ਤੁਹਾਨੂੰ ਦੱਸਾਂਗੇ। ਆਫ ਕੋਰਸ ਨੋ ਕੰਪਰੋਮਾਈਜ਼, ਜਿੱਥੇ ਵਰਕ ਪਰਮਿਟ ਹੋਣਾ ਹੈ, ਪਬਲਿਕ ਇੰਸਟੀਟਿਊਸ਼ਨ ਹੈ, ਗੌਰਮੈਂਟ ਦੇ ਕਾਲਜ ਵਧੀਆ ਕਾਲਜ ਜਿੱਥੇ ਵਰਕ ਪਰਮਿਟ ਹੋਣਾ, ਕੋਈ ਕੰਪਰੋਮਾਈਜ਼ ਨਹੀਂ ਮਿਲਣਾ। ਇਹ ਚੀਜ਼ ਦੇ ਤਾਂ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਬਿਲਕੁਲ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਔਰ ਬਿਲਕੁਲ ਜੈਨੂਅਨ 100% ਓਨੈਸਟੀ ਦੇ ਨਾਲ ਸੇਵਾਵਾਂ ਕਰਦੀ ਆਈ, ਕਿਉਂਕਿ ਅਸੀਂ ਆਪਣੇ ਆਪ ਨੂੰ ਐਕਸਪਰਟ ਕਹਿੰਦੇ ਹਾਂ। ਫਿਰ ਵੀ ਗਲਤੀ ਕਰਕੇ ਕੋਈ ਗਲਤ ਕੁਝ ਕਰਾਂਗੇ ਤੇ ਉਹ ਫਿਰ ਐਕਸਪਰਟ ਕਿਸ ਤਰ੍ਹਾਂ ਹੋਇਆ। ਸੋ ਵੀ ਹੈਵ ਟੂ ਟੇਕ ਕੇਅਰ ਆਫ ਆਲ ਦਿਸ ਥਿੰਗ, ਔਰ ਅਸੀਂ ਵੀ ਆਰ ਐਕਸਪਰਟ। ਸਾਡਾ ਹੀ ਫਰਜ਼ ਹੈ ਕਿ ਸਟੂਡੈਂਟਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਇਸ ਦੇ ਇਲਾਵਾ ਦੇਖੋ ਅਲੱਗ-ਅਲੱਗ ਪ੍ਰੋਵਿੰਸਿਸ ਦੇ ਵਿੱਚ ਅਲੱਗ-ਅਲੱਗ ਕਾਲਜਿਸ ਨੇ,
ਜਿਹੜੇ ਸਟੂਡੈਂਟਸ ਦੇ ਕੋਈ ਰਿਲੇਟਿਵ ਰਹਿੰਦੇ ਨੇ, ਫਰੈਂਡਸ ਰਹਿੰਦੇ ਨੇ, ਕਿੱਥੇ ਜਾਣਾ ਚਾਹੁੰਦੇ ਨੇ, ਉਹਨਾਂ ਦਾ ਨਾਲ ਕਿਹੜਾ ਰੈਲੇਵੈਂਟ ਪ੍ਰੋਗਰਾਮ ਹੈਗਾ, ਕਿਹੜਾ ਉਹਨਾਂ ਦੇ ਕਰੀਅਰ ਓਰੀਐਂਟਡ ਚੰਗਾ ਪ੍ਰੋਗਰਾਮ ਹੈਗਾ ਜਿਹਦੇ ਨਾਲ ਕਰੀਅਰ ਬਣ ਜਾਵੇ, ਰਿਲੇਟਿਵ ਫਰੈਂਡਸ ਦੇ ਕੋਲ ਕਿੱਥੇ ਹੈਗਾ, ਕਿੱਥੇ ਕਾਲਜਿਸ ਦੇ ਵਿੱਚ ਇਹੋ ਜਿਹੇ ਕਾਲਜਿਸ ਜਿੱਥੇ ਪੜ੍ਹ ਕੇ PR ਸੌਖੀ ਹੁੰਦੀ ਹੈ ਕਿ ਅੰਡਰ PNP ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ ਬੜੀ ਸੌਖੀ PR ਹੁੰਦੀ ਹੈ। ਸਸਕੈਚੁਅਨ ਹੈਗਾ, ਮੈਨੀਟੋਬਾ ਹੈਗਾ, ਅਟਲਾਂਟਿਕ ਪ੍ਰੋਵਿੰਸਿਸ ਹੈਗੇ ਨੇ। ਇਹ ਪ੍ਰੋਵਿੰਸਿਸ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਪ੍ਰੋਵਿੰਸਿਸ ਆ ਕੇ ਪੜ੍ਹੋਗੇ ਤਾਂ ਅਸੀਂ ਫਟਾਫਟ ਜਲਦੀ ਤੋਂ PR ਕਰਾ ਦੇਵਾਂਗੇ ਤਾਂ ਕਿ ਉੱਥੇ ਪਾਪੂਲੇਸ਼ਨ ਵੱਧ ਜਾਵੇ, ਉੱਥੇ ਦੇ ਵਾਂਟ ਟੂ ਇਨਵਾਈਟ। ਸੋ ਇਹ ਸਾਰੇ ਰੂਲਸ ਰੈਗੂਲੇਸ਼ਨਸ ਦੀ ਇੱਥੇ ਬੈਠ ਕੇ ਹੁਣ ਇੰਨੀ ਲੰਬੀ ਚੌੜੀ ਗੱਲਬਾਤ ਨਹੀਂ ਹੋ ਪਾਣੀ। ਸਾਡੇ ਆਫਿਸਿਸ ਦੇ ਵਿੱਚ ਵਿਜ਼ਿਟ ਕਰਕੇ 70613 70613 ਤੇ ਕਾਲ ਕਰਕੇ ਅਲੱਗ-ਅਲੱਗ ਆਫਿਸਿਸ ਦੇ ਐਡਰੈਸ ਜਾਂ ਸਾਡੀ ਵੈਬਸਾਈਟ ਤੇ ਫੇਸਬੁੱਕ, ਇੰਸਟਾਗ੍ਰਾਮ ਵਗੈਰਾ ਤੇ ਅਲੱਗ-ਅਲੱਗ ਆਫਿਸਿਸ ਦੇ ਐਡਰੈਸ, ਫੋਨ ਨੰਬਰ ਲੈ ਕੇ ਕਾਲ ਕਰਕੇ ਉੱਥੇ ਵਿਜ਼ਿਟ ਕਰਕੇ ਇਹ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ। ਬਿਲਕੁਲ ਜੀ, ਬਿਲਕੁਲ। ਸੋ ਥੈਂਕ ਯੂ ਸੋ ਮਚ ਸਰ, ਅੱਜ ਪ੍ਰੋਪਰ ਗਾਈਡ ਕੀਤਾ ਹੈ ਤੁਸੀਂ ਸਾਡੇ ਬਿਲਕੁਲ, ਸਟੂਡੈਂਟਸ ਨੂੰ। ਸੋ ਆਈ ਹੋਪ ਜੀ ਇਨਫੋਰਮੇਸ਼ਨ ਅੱਛੀ ਲੱਗੀ ਹੋਏਗੀ, ਕਿਉਂਕਿ ਅੱਜ ਅਸੀਂ ਪ੍ਰੋਫਾਈਲ ਕ੍ਰਾਈਟੇਰੀਆ ਉਹ ਗੱਲ ਨਹੀਂ ਕੀਤੀ, ਅੱਜ ਅਸੀਂ ਕੰਸਲਟੈਂਟ ਦੇ ਕ੍ਰਾਈਟੇਰੀਆ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕੇਸ ਜਿਹੜਾ ਤੁਸੀਂ ਚੂਜ਼ ਕਰਦੇ ਹੋ ਉਹਨਾਂ ਨੂੰ ਕਿਹੜੇ ਕ੍ਰਾਈਟੇਰੀਆ ਦੇ ਨਾਲ ਮੈਚ ਕਰਨਾ ਪਏਗਾ। ਸੋ ਨੰਬਰ ਆ ਗਏ ਨੇ ਜੀ ਤੁਹਾਡੇ ਕੋਲ। ਹੁਣ ਲਾਸਟ ਦੇ ਵਿੱਚ ਪਾਇਨੀਅਰ ਇਮੀਗ੍ਰੇਸ਼ਨ ਦੇ ਥਰੂ ਜਿਨ੍ਹਾਂ ਨੇ ਵੀਜ਼ਾ ਹਾਸਲ ਕੀਤੇ ਨੇ ਉਹਨਾਂ ਸਟੂਡੈਂਟਸ ਦੀ ਗੱਲਬਾਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸਤਿ ਸ਼੍ਰੀ ਅਕਾਲ। Hello, my name is Paras Mehta and I come from Pathankot. I'm an mechanical engineer, graduated in 2019. I wanted to go abroad to Canada for my further studies. I did IELTS, I've got 7.5 overall band score, and then by the reference of my brother, I came to Pioneer Immigration and met Ravi sir. He guided me through all the courses and we selected the project management course in Alpha College, St. Lawrence. That would be the optimum one for me. And thank you Ravi sir, the whole team was very supportive and I feel really excellent joining you people. Thank you so much. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲਪ੍ਰੀਤ ਸਿੰਘ। ਮੈਂ +2 ਨੋਨ ਮੈਡੀਕਲ ਕਰੀ ਹੈ ਅਤੇ ਉਸ ਤੋਂ ਬਾਅਦ IELTS ਮੇਰੇ ਓਵਰਆਲ 7 ਬੈਂਡ ਆਏ ਨੇ। ਉਸ ਤੋਂ ਬਾਅਦ ਮੈਂ ਔਨਲਾਈਨ ਸਰਚ ਕੀਤਾ ਕਿ ਵੀਜ਼ਾ ਕਿੱਥੋਂ ਲਵਾਇਆ ਜਾਵੇ। ਉੱਥੇ ਮੈਨੂੰ ਪਾਇਨੀਅਰ ਇਮੀਗ੍ਰੇਸ਼ਨ ਸਭ ਤੋਂ ਬੈਸਟ ਲੱਗਿਆ ਅਤੇ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਬਰਨਾਲੇ ਰਵੀ ਗਰਗ ਸਰ ਨੇ ਆਉਣਾ ਤਾਂ ਮੈਂ ਉਹਨਾਂ ਨਾਲ ਵਿਜ਼ਿਟ ਕੀਤਾ। ਉਹਨਾਂ ਨੇ ਮੈਨੂੰ ਕੋਰਸ ਸਜੈਸ਼ਨ ਕੀਤਾ, ਉਹਨਾਂ ਨੇ ਸਾਰੀ ਹੈਲਪ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਚੰਡੀਗੜ੍ਹ ਜਾ ਕੇ ਫਾਈਲ ਲਵਾ ਲਓ, ਤੁਹਾਨੂੰ ਨੇੜੇ ਪਊਗਾ ਉਹ। ਉਸ ਤੋਂ ਬਾਅਦ ਉਹਨਾਂ ਨੇ ਸੁਜੈਸਟ ਕੀਤਾ ਕਿ ਤੁਸੀਂ ਨਾਇਗਰਾ ਕਾਲਜ ਲਓ, ਉੱਥੇ ਕੋਰਸ ਮੋਟੀਵ ਟੈਕਨੀਸ਼ੀਅਨ ਲਓ ਜੋ ਕਿ ਤੁਹਾਨੂੰ ਬਹੁਤ ਸਹੀ ਰਹੂਗਾ। ਅਤੇ ਉਹਨਾਂ ਦੇ ਕਹਿਣ ਉੱਤੇ ਅਸੀਂ ਇੱਥੇ ਫਾਈਲ ਲਵਾਈ ਅਤੇ ਅੱਜ ਮੇਰਾ ਵੀਜ਼ਾ ਆ ਗਿਆ। ਹੇਅਰ ਇਜ਼ ਮਾਈ ਸਟੈਂਪ ਵੀਜ਼ਾ। My name is Arshdeep Singh Shi. I visited Pioneer Immigration and met Ravi sir, who suggested my college and my course, which is Humber College and business management. My IELTS score was overall 7 bands, with which the course which I chose was the most suitable, which was suggested by Ravi sir. I visited Pioneer Immigration and I would like to thank Ravi sir and all the staff who helped in this process, which was very comfortable. Here's my passport and stamp. So my name is Diksha Mehta. So मैंने अभी रिसेंटली अपनी दैट आई completed my bachelor's in commerce. मैंने अपनी BCom किया फ्रॉम SD कॉलेज। आफ्टर दैट उसके बाद मैंने अपना कनाडा जाने का थोड़ा प्लान सोचा। सो अब मैं कोई अच्छा सा एजेंट ढूंढ रही थी तो वन ऑफ माई क्लोजेस्ट रिलेटिव मुझे सजेस्ट किया कि आई शुड कंसल्ट विद द पायनियर इमिग्रेशन। सो ऑन देयर बिहाफ मैं यहाँ पे आई पायनियर इमिग्रेशन एंड देन आई कंसल्टेड विद रवि गर्ग सर। So they suggested me one of the best college of Canada, that is Sault College, and they suggested me the course that is Global Business Management. After that हमने अपने ऑफर लेटर के लिए अप्लाई किया। उसके बाद हमारा विदिन 1 month मेरा ऑफर लेटर आ गया। आफ्टर दैट हमने अपने सारे रिक्वायरमेंट्स पूरे किए एंड आफ्टर ऑल दैट स्टेप्स आज मैंने अपना वीज़ा दैट इज़ कैनेडियन वीज़ा फॉर माई स्टडी परमिट मैंने रिसीव किया है। सो थैंक यू टू दैट कंसल्टेंट। मैं सबको यही कहना चाहूँगी कि वंस दे शुड विजिट पायनियर इमिग्रेशन, देयर सर्विसेज आर वेरी गुड। थैंक यू। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।